ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 580 ਤੋਂ ਲੈ ਕੇ 582 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਵਾ ਗਵਨ ਸਿਰਜਿਆ ਤੂੰ ਥਿਰ ਕਰਨੈ ਹਾਰੋ, ਜੰਮਣ ਮਰਨਾ ਆਏ ਗਿਆ ਬਦਕ ਜੀਓ ਵਿਕਾਰੋ। ਬੂਡੜੇ ਨਾਮ ਵਿਸਾਰਿਆ ਬੂਡੜੇ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ ਅਵਗਣ ਕਾ ਵਣਜਾਰੋ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਜੀਵਾਂ ਲਈ ਇਹ ਆਵਾਗਮਨ ਦੀ ਖੇਡ ਬਣਾਈ ਹੈ, ਪਰ ਪਰਮੇਸ਼ਰ ਜੋ ਆਪ ਕਰਨੇਹਾਰ ਹੈ ਉਹ ਸਦਾ ਅਟੱਲ ਹੈ। ਜਿਹੜਾ ਜੀਵ ਆਤਮਾ ਹੈ ਉਹ ਜੰਮਦਾ ਮਰਦਾ ਹੈ, ਕਿਉਂਕਿ ਜੀਵ ਵਿਕਾਰਾਂ ਦੇ ਵਿੱਚ ਬੰਨਿਆ ਰਹਿੰਦਾ ਹੈ। ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਉਹ ਫਿਰ ਸੰਸਾਰ ਦੇ ਵਿਕਾਰਾਂ ਦੇ ਵਿੱਚ ਡੁੱਬ ਜਾਂਦਾ ਹੈ। ਉਹਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਣ ਛੋੜ ਬਿਖ ਲੱਦਿਆ ਅਵਗਣ ਕਾ ਵਣਜਾਰੋ। ਫਿਰ ਜਿਹਨੇ ਨਾਮ ਵਿਸਾਰ ਦਿੱਤਾ ਉਹਨੇ ਪਰਮਾਤਮਾ ਦੇ ਗੁਣ ਵਿਸਾਰ ਦਿੱਤੇ ਅਤੇ ਉਹਦੇ ਵਿੱਚੋਂ ਵੀ ਗੁਣ ਨਿਕਲ ਗਏ। ਫਿਰ ਉਹਨੇ ਮਾਇਆ ਦਾ ਜ਼ਹਿਰ ਹੀ ਲੱਦਿਆ ਅਤੇ ਔਗਣਾਂ ਦਾ ਹੀ ਵਣਜਾਰਾ ਬਣਿਆ। ਫਿਰ ਉਹ ਨਾਮ ਦਾ ਵਪਾਰ ਨਹੀਂ ਕੀਤਾ। ਸੱਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ। ਫਿਰ ਕਹਿੰਦੇ ਜਿਸ ਤਰ੍ਹਾਂ ਜੀਵ ਨੂੰ ਸੱਦਾ ਆਉਂਦਾ ਪਰਮਾਤਮਾ ਵੱਲੋਂ, ਉਸ ਤਰ੍ਹਾਂ ਫਿਰ ਜੀਵ ਹੁਕਮ ਦੇ ਅਨੁਸਾਰ ਪਰਮਾਤਮਾ ਵੱਲ ਵਾਪਸ ਜਾਂਦੇ ਨੇ। ਇਸ ਤਰ੍ਹਾਂ ਆਪਸ ਵਿੱਚ ਇਸਤਰੀ ਪੁਰਖ ਹੁੰਦੇ ਨੇ, ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਵਿਛੜਿਆਂ ਹੋਇਆਂ ਨੂੰ ਮੇਲਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਰੂਪ ਨ ਜਾਣੈ ਸੋਹਣੀਐ ਹੁਕਮ ਬੱਧੀ ਸਿਰਕਾਰੋ, ਬਾਲਕ ਬਿਰਦ ਨ ਜਾਣਨੀ ਤੋੜਨ ਹੇਤ ਪਿਆਰੋ। ਕਹਿੰਦੇ ਕੁਝ ਸੁੰਦਰ ਇਸਤਰੀਆਂ ਨੇ, ਉਹਨਾਂ ਨੂੰ ਵੀ ਜੰਮ ਇਹ ਨਹੀਂ ਕਿ ਵੀ ਉਹਨਾਂ ਨੂੰ ਬਖਸ਼ ਦਿੰਦੇ ਨੇ, ਪਰਮਾਤਮਾ ਦੇ ਹੁਕਮ ਅਨੁਸਾਰ ਸਭ ਨੂੰ ਲੈ ਜਾਂਦੇ ਨੇ। ਚਾਹੇ ਕੋਈ ਬਾਲਕ ਆ ਚਾਹੇ ਕੋਈ ਬੁੱਢਾ ਹੋਇਆ, ਸਭ ਦੇ ਆਪਸ ਵਿੱਚ ਪਿਆਰ ਟੁੱਟ ਜਾਂਦੇ ਨੇ। ਜਦੋਂ ਜਾਣ ਦਾ ਵਕਤ ਆਉਂਦਾ ਹਰ ਇੱਕ ਨੂੰ ਸੱਦਾ ਆਉਂਦਾ ਅਤੇ ਫਿਰ ਹਰ ਇੱਕ ਵਾਪਸ ਤੁਰਿਆ ਜਾ ਰਿਹਾ ਹੈ। ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗੈਨਾਰੇ, ਸਾ ਤਨ ਛੁੱਟੀ ਮੁੱਠੀ ਝੂਠ ਵਿਦਣੀਆਂ ਮਿਰਤਕੜਾ ਅੰਗਨੜੇ ਬਾਰੇ। ਕਹਿੰਦੇ ਜਦੋਂ ਪਰਮਾਤਮਾ ਦਾ ਹੁਕਮ ਆਉਂਦਾ ਜੀਵ ਦੇ ਜਿਹੜੇ 9 ਦਰ ਨੇ ਸਾਰੇ ਬੰਦ ਹੋ ਜਾਂਦੇ ਨੇ। ਪਰਮਾਤਮਾ ਦੇ ਹੁਕਮ ਦੇ ਵਿੱਚ ਜਿਹੜੀ ਜੀਵ ਆਤਮਾ ਉਹ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਆਕਾਸ਼ ਦੇ ਵਿੱਚ ਅਲੋਪ ਹੋ ਜਾਂਦੀ ਆ। ਫਿਰ ਕਹਿੰਦੇ ਜਿਹੜੀ ਹੈਗਾ ਜੀਵ ਸਰੀਰ ਇੱਥੇ ਹੀ ਪਿਆ ਰਹਿ ਜਾਂਦਾ ਅਤੇ ਜਿਹੜੀ ਜੀਵ ਆਤਮਾ ਉਹ ਚਲੀ ਜਾਂਦੀ ਆ। ਜਿਹੜੀ ਜੀਵ ਇਸਤਰੀ ਆ ਉਹ ਕਹਿੰਦੇ ਵੀ ਜਿਵੇਂ ਵਿਧਵਾ ਹੋ ਜਾਂਦੀ ਆ। ਜਿਹਦਾ ਤਾਂ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਤਾਂ ਸੁਹਾਗਣ ਹੋ ਗਈ। ਜਿਹਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਉਹ ਜੀਵ ਇਸਤਰੀ ਵਿਧਵਾ ਹੋ ਜਾਂਦੀ ਆ। ਉਹਦਾ ਜਿਹੜੀ ਜਿੰਦ ਨਿਕਲ ਕੇ ਚਲੀ ਜਾਂਦੀ ਆ। ਸੁਰਤ ਮੋਈ ਮਰ ਮਾਈਐ ਮਹਿਲ ਰੁੰਨੀ ਦਰਬਾਰੇ। ਕਹਿੰਦੇ ਜਿਹੜੀ ਉਹਦੀ ਹੈਗੀ ਆ ਸੁਰਤ ਉਹ ਹੁਣ ਕਾਲ ਨੇ ਖਤਮ ਕਰ ਦਿੱਤੀ। ਫਿਰ ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਵੀ ਰੋਂਦੀ ਆ, ਦੁਖੀ ਹੁੰਦੀ ਆ, ਕਿਉਂਕਿ ਉਹਨੇ ਨਾਮ ਦੀ ਕਮਾਈ ਨਹੀਂ ਇਕੱਠੀ ਕੀਤੀ ਨਾਲ। ਰੋਵੋ ਕੰਤ ਮਹੇਲਿਓ ਸੱਚੇ ਕੇ ਗੁਣ ਸਾਰੇ, ਜਲ ਮਲ ਜਾਨੀ ਨਾ ਵਾਲਿਆ ਕੱਪੜ ਪਟ ਅੰਬਾਰੇ।
ਫਿਰ ਕਹਿੰਦੇ ਜਦੋਂ ਕਿਸੇ ਜੀਵ ਦੀ ਮੌਤ ਹੁੰਦੀ ਆ ਫਿਰ ਸਾਰੇ ਰਲ ਕੇ ਸਾਕ ਸੰਬੰਧੀ ਉਹਦੇ ਦੁੱਖ ਵਿੱਚ ਰੋਂਦੇ ਨੇ। ਫਿਰ ਕਹਿੰਦੇ ਉਹਨੂੰ ਨਵਾਇਆ ਜਾਂਦਾ, ਫਿਰ ਉਹਦੇ ਚੰਗੇ ਰੇਸ਼ਮੀ ਕੱਪੜੇ ਪਾਏ ਜਾਂਦੇ ਨੇ। ਵਾਜੇ ਵੱਜੇ ਸੱਚੀ ਬਾਣੀਆਂ, ਪੰਚ ਮੋਏ ਮਨ ਮਾਰੇ। ਫਿਰ ਕਹਿੰਦੇ ਜਦੋਂ ਉਹਨੂੰ ਲਿਜਾਂਦੇ ਨੇ, ਫਿਰ ਜਿਵੇਂ ਮਤਲਬ ਕੀਰਤਨ ਵਗੈਰਾ ਕੀਤਾ ਜਾਂਦਾ, ਬਾਣੀ ਪੜ੍ਹੀ ਜਾਂਦੀ ਆ। ਪਰ ਕਹਿੰਦੇ ਜਿਹੜੇ ਅੰਦਰਲੇ ਪੰਜ ਕਾਮਾਦਿਕ ਵੈਰੀ ਹੁੰਦੇ ਨੇ ਉਹਦੇ ਹੀ ਮਰਦੇ ਨੇ ਜਿਨ੍ਹਾਂ ਨੇ ਮਨ ਨੂੰ ਮਾਰਿਆ ਹੁੰਦਾ ਹੈ। ਜਾਨੀ ਵਿਛੁੰਨੜੇ ਮੇਰਾ ਮਰਨ ਪਿਆ, ਤ੍ਰਿਗ ਜੀਵਨ ਸੰਸਾਰੇ। ਫਿਰ ਕਹਿੰਦੇ ਜਿਹੜੇ ਸਾਕ ਸੰਬੰਧੀ ਹੁੰਦੇ ਨੇ ਉਹ ਕਹਿੰਦੇ ਨੇ ਵੀ ਹੁਣ ਸਾਡਾ ਸਾਕ ਸੰਬੰਧੀ ਜਿਹੜਾ ਸਕਾ ਸੀ ਉਹ ਚਲੇ ਗਿਆ, ਹੁਣ ਸਾਡਾ ਸੰਸਾਰ 'ਤੇ ਜੀਣਾ ਕਿਸ ਅਰਥ ਰਹਿ ਗਿਆ। ਜੀਵਤ ਮਰੈ ਸੋ ਜਾਣੀਐ, ਫਿਰ ਸੱਚੜੈ ਹੇਤ ਪਿਆਰੇ। ਪਰ ਕਹਿੰਦੇ ਜਿਹੜਾ ਅਸਲ ਮਰਨਾ ਉਹ ਤੇ ਉਹ ਆ ਜਿਹੜਾ ਜੀਵ ਜੀਵਦਿਆਂ ਮਰ ਜਾਂਦਾ, ਜੀਂਦੇ ਜੀ ਵਿਕਾਰਾਂ ਵੱਲੋਂ ਮਰ ਜਾਂਦਾ, ਮਾਇਆ ਵੱਲੋਂ ਮਰ ਜਾਂਦਾ, ਜਿਹਨੂੰ ਅਸਲ ਵਿੱਚ ਪਰਮੇਸ਼ਰ ਨਾਲ ਪ੍ਰੇਮ ਹੁੰਦਾ। ਤੁਸੀਂ ਰੋਵੋ ਰੋਵਣ ਆਈਓ, ਝੂਠ ਮੁੱਠੀ ਸੰਸਾਰੇ। ਹਉ ਮੁੱਠੜੀ ਤੰਦੈ ਤਾਵਣੀਆਂ, ਫਿਰ ਛੋਡੜੀਐ ਵਿਦਣ ਕਾਰੇ। ਕਹਿੰਦੇ ਹੇ ਜੀਵੋ ਤੁਸੀਂ ਕਹਿੰਦੇ ਝੂਠ ਲਈ ਰੋਂਦੇ ਹੋ, ਉਹ ਝੂਠੇ ਪਦਾਰਥਾਂ ਲਈ ਜੋ ਸੰਸਾਰ ਵਿੱਚ ਛੱਡ ਕੇ ਚਲੇ ਜਾਣੇ ਨੇ। ਤੁਸੀਂ ਮਾਇਆ ਨੂੰ ਇਕੱਠੀ ਕਰਨ ਲਈ ਰੋਂਦੇ ਹੋ। ਕਹਿੰਦੇ ਜਿਸ ਤਰ੍ਹਾਂ ਜਿਹੜੇ ਜੀਵ ਸਿਰਫ ਮਾਇਆ ਦੀ ਖਾਤਰ ਰੋਂਦੇ ਨੇ ਉਹ ਕਹਿੰਦੇ ਪਰਮਾਤਮਾ ਵੱਲੋਂ ਜਿਸ ਤਰ੍ਹਾਂ ਛੱਡ ਦਿੱਤੇ ਜਾਂਦੇ ਨੇ। ਪਰਮਾਤਮਾ ਫਿਰ ਉਹਨਾਂ ਜੀਵਾਂ ਦੀ ਪਰਵਾਹ ਨਹੀਂ ਕਰਦਾ ਜੋ ਸਿਰਫ ਸੰਸਾਰ ਦੇ ਧੰਦਿਆਂ ਦੇ ਵਿੱਚ ਹੀ ਰੁੱਝੇ ਰਹਿੰਦੇ ਨੇ। ਉਹ ਜੀਵ ਇਸਤਰੀਆਂ ਪਰਮਾਤਮਾ ਦੀਆਂ ਸੁਹਾਗਣਾਂ ਨਹੀਂ ਬਣ ਸਕਦੀਆਂ। ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ। ਮੈਂ ਫਿਰ ਸੱਚ ਸਲਾਹਣਾ, ਹਉ ਰਹਿਸੜੀਐ ਨਾਮ ਪਤਾਰੇ। ਕਹਿੰਦੇ ਪਰਮੇਸ਼ਰ ਹਰ ਇੱਕ ਘਟ ਦੇ ਵਿੱਚ ਹੈ। ਪਰਮੇਸ਼ਰ ਕਹਿੰਦੇ ਹਰ ਇੱਕ ਘਟ ਦੇ ਵਿੱਚ ਹੈ ਜੇ ਜੀਵ ਇਸਤਰੀ ਪਰਮੇਸ਼ਰ ਦੇ ਨਾਲ ਪ੍ਰੇਮ ਪਾਏ। ਕਹਿੰਦੇ ਮੈਂ ਫਿਰ ਸੱਚ ਸਲਾਹਣਾ, ਹਉ ਰਹਿਸੜੀਏ ਨਾਮ ਪਤਾਰੇ। ਕਹਿੰਦੇ ਮੈਂ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਆ। ਕਹਿੰਦੇ ਮੈਂ ਪਰਮੇਸ਼ਰ ਦਾ ਨਾਮ ਜਪ ਕੇ ਹੀ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ। ਗੁਰ ਮਿਲਿਐ ਵੇਸ ਪਲਟਿਆ, ਸਾ ਤਨ ਸੱਚ ਸਿਗਾਰੋ। ਕਹਿੰਦੇ ਜਿਸ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ ਉਹ ਫਿਰ ਸੰਸਾਰ ਵੱਲੋਂ ਉਲਟ ਕੇ ਪਰਮੇਸ਼ਰ ਵਾਲਾ ਸਿਗਾਰ ਕਰਦਾ ਹੈ। ਆਵੋ ਮਿਲੋ ਸਹੇਲੀਓ, ਸਿਮਰੋ ਸਿਰਜਣਹਾਰੋ। ਬਈਰ ਨਾਮ ਸੁਹਾਗਣੀ, ਸੱਚ ਸਵਾਰਨਹਾਰੋ। ਕਹਿੰਦੇ ਆਓ ਸਤ ਸੰਗੀ ਸਹੇਲੀਓ, ਆ ਕੇ ਮਿਲ ਕੇ ਇਕੱਠੇ ਹੋ ਕੇ ਉਸ ਪਰਮੇਸ਼ਰ ਦਾ ਨਾਮ ਜਪੀਏ। ਜੋ ਕਹਿੰਦੇ ਜੀਵ ਇਸਤਰੀ ਪਰਮੇਸ਼ਰ ਦਾ ਨਾਮ ਜਪਦੀ ਹੈ ਪਰਮੇਸ਼ਰ ਉਹਦੇ ਆਤਮਿਕ ਜੀਵਨ ਨੂੰ ਸੰਵਾਰ ਦਿੰਦਾ ਹੈ। ਗਾਵੋ ਗੀਤ ਨ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਕਹਿੰਦੇ ਜਦੋਂ ਪਰਮੇਸ਼ਰ ਦੇ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਨੇ, ਬ੍ਰਹਮ ਦੀ ਵਿਚਾਰ ਕੀਤੀ ਜਾਂਦੀ ਹੈ, ਨਾਨਕ ਜੀ ਕਹਿੰਦੇ ਫਿਰ ਜੀਵ ਨੂੰ ਪਰਮੇਸ਼ਰ ਦੇ ਨਾਲੋਂ ਵਿਛੋੜਾ ਨਹੀਂ ਪੈਂਦਾ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਸਚੜਾ ਦੂਰ ਨ ਪਾਲੀਐ, ਘਟ ਘਟ ਸ਼ਬਦ ਪਛਾਣੋ ਵਾ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਪਰਮੇਸ਼ਰ ਨੇ ਕਹਿੰਦੇ ਇਸ ਸੰਸਾਰ ਨੂੰ ਸਿਰਜਿਆ ਹੈ ਤੇ ਸਿਰਜ ਕੇ ਵਿੱਚ ਸਮਾ ਗਿਆ ਹੈ, ਉਹਨੂੰ ਉਹਦੀ ਕੁਦਰਤ ਦੇ ਰਾਹੀਂ ਜਾਣਿਆ ਜਾ ਸਕਦਾ ਹੈ। ਉਹਨੂੰ ਕਹਿੰਦੇ ਕਿਤੇ ਦੂਰ ਵਸਦਾ ਨਾ ਸਮਝੀਏ, ਉਹ ਕਹਿੰਦੇ ਹਰ ਇੱਕ ਘਟ ਘਟ ਦੇ ਵਿੱਚ ਹੈ।
ਗੁਰੂ ਦੇ ਸ਼ਬਦ ਰਾਹੀਂ ਉਸ ਦੀ ਪਛਾਣ ਹੁੰਦੀ ਹੈ। ਸੱਚ ਸ਼ਬਦ ਪਛਾਣੋ ਦੂਰ ਨ ਜਾਣੋ, ਜਿਨ ਇਹ ਰਚਨਾ ਰਾਚੀ। ਨਾਮ ਤੇ ਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ। ਕਹਿੰਦੇ ਜਿਸ ਪਰਮੇਸ਼ਰ ਨੇ ਇਹ ਸੰਸਾਰ ਦੀ ਰਚਨਾ ਰਚੀ ਹੈ, ਉਹਨੂੰ ਉਹਦੇ ਸ਼ਬਦ ਦੇ ਰਾਹੀਂ ਪਛਾਣਿਆ ਜਾ ਸਕਦਾ। ਜਿਹੜੇ ਜੀਵ ਕਹਿੰਦੇ ਉਹਦਾ ਨਾਮ ਤੇ ਆਉਂਦੇ ਨੇ, ਉਹ ਆਨੰਦ ਪਾਉਂਦੇ ਨੇ, ਪਰ ਜੋ ਉਹਦੇ ਨਾਮ ਤੋਂ ਬਿਨਾਂ ਨੇ, ਕਹਿੰਦੇ ਉਹਨਾਂ ਦੇ ਜੀਵਨ ਕੱਚੇ ਨੇ, ਉਹ ਆਵਾਗਮਨ ਦੇ ਵਿੱਚ ਰਹਿੰਦੇ ਨੇ। ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੇ ਵਖਾਣੋ। ਜਿਨ ਜਗ ਥਾਪ ਬਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਕਹਿੰਦੇ ਜਿਸ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਹਦੀ ਸਾਰੀ ਖੇਡ ਨੂੰ ਉਹ ਆਪ ਹੀ ਜਾਣਦਾ ਹੈ। ਹੋਰ ਕੋਈ ਇਹਦੇ ਬਾਰੇ ਕੀ ਵਿਖਿਆਨ ਕਰ ਸਕਦਾ ਹੈ। ਜਿਸ ਪਰਮੇਸ਼ਰ ਨੇ ਕਹਿੰਦੇ ਇਹ ਜੱਗ ਬਣਾਇਆ, ਜਿਹਨੇ ਇਹ ਮਾਇਆ ਦਾ ਜਾਲ ਵਿਛਾਇਆ, ਉਸ ਪਰਮੇਸ਼ਰ ਨੂੰ ਆਪਣਾ ਸੱਚਾ ਸਾਹਿਬ ਪ੍ਰਵਾਨ ਕਰੋ। ਬਾਬਾ ਆਇਆ ਹੈ ਉੱਠ ਚੱਲਣਾ, ਅਧ ਪੰਦੈ ਹੈ ਸੰਸਾਰੋ ਵਾ। ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ। ਕਹਿੰਦੇ ਹੈ ਭਾਈ, ਇਸ ਸੰਸਾਰ ਵਿੱਚ ਅਸੀਂ ਆਏ ਹਾਂ, ਇਹ ਜਿਸ ਤਰ੍ਹਾਂ ਸਾਡੇ ਕਹਿੰਦੇ ਪੰਧ ਦਾ ਰਸਤਾ ਹੈ। ਇਹ ਸਾਡੇ ਲਈ ਮੰਜ਼ਿਲ ਨਹੀਂ ਹੈ। ਸੰਸਾਰ ਸਾਡੇ ਲਈ ਰਸਤਾ ਹੈ, ਜਿੱਥੋਂ ਅਸੀਂ ਵਿਚਰ ਰਹੇ ਹਾਂ। ਕਹਿੰਦੇ ਪਰਮੇਸ਼ਰ ਨੇ ਸਾਡੇ ਪੂਰਵਲੇ ਕਰਮਾਂ ਦੇ ਅਨੁਸਾਰ ਸਾਡੇ ਲੇਖ ਲਿਖੇ ਨੇ, ਜਿਸ ਦੇ ਅਨੁਸਾਰ ਅਸੀਂ ਹੁਣ ਕਰਮ ਕਰ ਰਹੇ ਹਾਂ। ਦੁੱਖ ਸੁੱਖ ਦੀਆ ਜੇਹਾ ਕੀਆ, ਸੋ ਨਿਭੈ ਜੀ ਨਾਲੇ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨ ਪਾਲੇ। ਕਹਿੰਦੇ ਜਿਸ ਤਰ੍ਹਾਂ ਦੇ ਸਾਡੇ ਕਰਮ ਲਿਖੇ ਹੋਏ ਨੇ, ਉਹ ਸਾਡੇ ਹੁਣ ਜੀ ਦੇ ਨਾਲ ਨਿਭ ਰਹੇ ਨੇ, ਸਾਡੀ ਜਿੰਦ ਦੇ ਨਾਲ ਲਿਭ ਰਹੇ ਨੇ। ਜੋ ਦੁੱਖ ਸੁੱਖ ਅਸੀਂ ਭੋਗ ਰਹੇ ਹਾਂ, ਜੋ ਅਸੀਂ ਧੰਦੇ ਕਰ ਰਹੇ ਹਾਂ, ਉਹ ਅਸੀਂ ਆਪਣੇ ਪੂਰਵਲੇ ਲੇਖਾਂ ਦੇ ਅਨੁਸਾਰ ਸਭ ਕੁਛ ਕਰ ਰਹੇ ਹਾਂ, ਪਰਮੇਸ਼ਰ ਦੇ ਹੁਕਮ ਦੇ ਵਿੱਚ। ਆਪ ਨਿਰਾਲਮ ਤੰਦੈ ਬਾਦੀ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੈ ਪਾਏ ਵਿਕਾਰੋ। ਕਹਿੰਦੇ ਸਾਰਾ ਜਿਹੜਾ ਸੰਸਾਰ ਹੈ ਉਹ ਕਰਮ ਜਾਲ ਵਿੱਚ ਹੈ, ਪਰ ਪਰਮੇਸ਼ਰ ਆਪ ਨਿਰਲੇਪ ਹੈ। ਆਪਣੇ ਹੁਕਮ ਦੇ ਵਿੱਚ ਹੀ ਪਰਮੇਸ਼ਰ ਜੀਵਾਂ ਨੂੰ ਉਹਨਾਂ ਦੇ ਲੇਖਾਂ ਤੋਂ ਵਰੀ ਕਰ ਸਕਦਾ ਹੈ। ਕਹਿੰਦੇ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਅੱਜ ਕੱਲ੍ਹ ਕਰਦਿਆਂ ਕਹਿੰਦੇ ਵੀ ਕਰ ਲਾਂਗੇ, ਸਿਮਰ ਲਾਂਗੇ, ਉਹਨੂੰ ਧਿਆ ਲਾਂਗੇ, ਕਰਦਿਆਂ ਕਰਦਿਆਂ ਮਾਇਆ ਦੇ ਵਿਕਾਰਾਂ ਦੇ ਵਿੱਚ ਮੌਤ ਆ ਪਹੁੰਚਦੀ ਆ। ਫਿਰ ਕੀ ਹੁੰਦਾ, ਜਮ ਮਾਰਗ ਪੰਥ ਨ ਸੁਝਈ, ਉਜੜ ਅੰਧ ਗੁਬਾਰੋ ਵਾ। ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰੋ ਵਾ। ਭੋਜਨ ਪਾਓ ਨ ਠੰਡਾ ਪਾਣੀ, ਨਾ ਕਾਪੜ ਸੀਗਾਰੋ। ਗਲ ਸੰਗਰ ਸੰਗਲ ਸਿਰ ਮਾਰੇ ਊਬੋ, ਨਾ ਦੀਸੈ ਕਰਵਾਰੋ। ਇਬ ਕੇ ਰਾਹੇ ਜੰਮਨ ਨਾਹੀ, ਪਛਤਾਣੈ ਸਿਰ ਪਾਰੋ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹ ਵਿਚਾਰੋ। ਕਹਿੰਦੇ ਉਹਦਾ ਨਾਂ ਸਿਮਰਦਿਆਂ ਕਰਦਿਆਂ ਅੱਜ ਕੱਲ੍ਹ ਫਿਰ ਮੌਤ ਸਿਰ 'ਤੇ ਆ ਪਹੁੰਚਦੀ ਆ। ਜੀਵ ਦਾ ਸਮਾਂ ਸਾਰਾ ਵਿਕਾਰਾਂ ਵਿੱਚ ਲੰਘ ਜਾਂਦਾ। ਫਿਰ ਕਹਿੰਦੇ ਜਦੋਂ ਜੰਮਦੇ ਮਾਰਗ 'ਤੇ ਜੀਵ ਤੁਰਦਾ, ਜਿਹਨੇ ਪਰਮੇਸ਼ਰ ਦਾ ਨਾਂ ਨਹੀਂ ਜਪਿਆ, ਫਿਰ ਸਾਰੇ ਘੁੱਪ ਹਨੇਰਾ ਹੁੰਦਾ ਉੱਥੇ। ਨਾ ਉੱਥੇ ਕਹਿੰਦੇ ਕੋਈ ਪਾਣੀ ਮਿਲਦਾ, ਨਾ ਉੱਥੇ ਵਿਛੇ ਬਿਸਤਰੇ ਮਿਲਦੇ ਨੇ, ਨਾ ਕੋਈ ਭੋਜਨ ਹੁੰਦਾ ਖਾਣ ਲਈ, ਨਾ ਠੰਡਾ ਪਾਣੀ, ਨਾ ਕੋਈ ਆਦਰ ਕਰਦਾ, ਨਾ ਕੋਈ ਹੋਰ ਕੱਪੜੇ ਹੋਰ ਸ਼ਿੰਗਾਰ ਹੁੰਦੇ ਨੇ। ਗਲ ਵਿੱਚ ਸੰਗਲ ਪਾਇਆ, ਫਿਰ ਕਹਿੰਦੇ ਜੀਵ ਨੂੰ ਹੋਰ ਕੋਈ ਘਰ-ਬਾਰ ਨਹੀਂ ਦਿਸਦਾ ਜਿੱਥੇ ਉਹਦਾ ਕੋਈ ਟਿਕਾਣਾ ਬਣ ਸਕੇ। ਇਸ ਤਰ੍ਹਾਂ ਦੇ ਭਿਆਨਕ ਰਸਤੇ 'ਚੋਂ ਚੱਲਣਾ ਪੈਂਦਾ।
ਫਿਰ ਕਹਿੰਦੇ ਜੀਵ ਇਹ ਸਭ ਕੁਝ ਦੇਖ ਕੇ ਪਛਤਾਉਂਦਾ ਕਿ ਮੈਂ ਚੰਗੇ ਕਰਮ ਹੀ ਨਾ ਕਰ ਲਾਂ। ਫਿਰ ਕਹਿੰਦੇ ਹੁਣ ਉਹ ਸਮਾਂ ਕਿੱਥੋਂ ਹੁੰਦਾ ਚੰਗੇ ਕਰਮ ਬੀਜਣ ਦਾ ਅਤੇ ਜੰਮਣ ਦਾ, ਹੁਣ ਤਾਂ ਉਹ ਵਕਤ ਲੰਘ ਚੁੱਕਿਆ ਹੁੰਦਾ। ਫਿਰ ਕਹਿੰਦੇ ਨੇ ਭਾਈ, ਕਹਿੰਦੇ ਵਿਚਾਰ ਕੇ ਦੇਖੋ ਉਸ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੰਤ ਦਾ ਕੋਈ ਸਾਥੀ ਨਹੀਂ ਗਾ। ਬਾਬਾ ਰੋਵੈ ਰਵੈ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇ ਵਾ, ਰੋਵੈ ਮਾਇਆ ਮੁਠੜੀ ਤੰਦੜਾ, ਰੋਵਣ ਹਾਰੈ ਵਾ। ਕਹਿੰਦੇ ਜੀਵ, ਜਦੋਂ ਕੋਈ ਜੀਵ ਜਾਂਦਾ ਫਿਰ ਮਿਲ ਕੇ ਉਹਦੇ ਗੁਣ ਦੀ ਗੱਲਾਂ ਕਰਕੇ ਰੋਂਦੇ ਨੇ ਇਕੱਠੇ ਹੋ ਕੇ ਸਾਰੇ। ਫਿਰ ਕਹਿੰਦੇ ਜਿਹੜਾ ਉਹ ਮਾਇਆ ਦਾ ਪਿਆਰ ਹੁੰਦਾ ਉਹਦੇ ਧੰਦਿਆਂ ਨੂੰ ਰੋਂਦੇ ਨੇ। ਕਹਿੰਦੇ ਜਿਵੇਂ ਜੀਵ ਨੂੰ ਸਕੇ ਸੰਬੰਧੀ ਉਹਦੀਆਂ ਗੱਲਾਂ ਬਾਤਾਂ ਕਰਕੇ ਰੋਂਦੇ ਨੇ। ਕਹਿੰਦੇ ਧੰਦਾ ਰੋਵੈ ਮੈਲ ਨ ਧੋਵੈ, ਸੁਪਨੰਤਰ ਸੰਸਾਰੋ। ਜੀਵ ਕਹਿੰਦੇ ਜੋ ਆਪਸ ਦੇ ਵਿੱਚ ਇੱਕ ਦੂਜੇ ਦੇ ਧੰਦਿਆਂ ਦੀਆਂ ਗੱਲਾਂ ਕਰਦੇ ਨੇ, ਮਾਇਆ ਦੀਆਂ ਗੱਲਾਂ ਕਰਦੇ ਨੇ, ਰੋਂਦੇ ਨੇ ਇੱਕ ਦੂਜੇ ਨੂੰ ਯਾਦ ਕਰਕੇ, ਪਰ ਇਸ ਤਰ੍ਹਾਂ ਦੇ ਨਾਲ ਕੋਈ ਵਿਕਾਰ ਨਹੀਂ ਧੋ ਹੁੰਦੇ। ਅਤੇ ਇਸ ਸੰਸਾਰ ਨੂੰ ਜੋ ਇਹ ਇੱਕ ਸੁਪਨਾ ਹੈ, ਇੱਥੇ ਕਿਸੇ ਨੇ ਬੈਠੇ ਨਹੀਂ ਰਹਿਣਾ ਅਤੇ ਸਭ ਦੀ ਵਾਰੀ ਆਉਣੀ ਆ ਅਤੇ ਸਭ ਨੇ ਜਾਣਾ ਹੈ। ਜਿਉਂ ਬਾਜੀਗਰ ਭਰਮੈ ਭੂਲੈ, ਝੂਠ ਮੁੱਠੀ ਅਹੰਕਾਰੋ। ਕਹਿੰਦੇ ਜਿਸ ਤਰ੍ਹਾਂ ਜਿਹੜਾ ਬਾਜੀਗਰ ਹੁੰਦਾ, ਜਦੋਂ ਉਹ ਬਾਜੀ ਦਾ ਤਮਾਸ਼ਾ ਕਰਦਾ, ਜੀਵ ਭੁਲੇਖੇ ਵਿੱਚ ਉਹਨੂੰ ਸੱਚ ਸਮਝ ਕੇ ਬੜਾ ਸੁੱਖ 'ਚ ਬੈਠਦਾ। ਇਸ ਤਰ੍ਹਾਂ ਹੀ ਕਹਿੰਦੇ ਜੀਵ ਇਸ ਸੰਸਾਰ ਵਿੱਚ ਮਾਇਆ ਨੂੰ ਸੱਚ ਸਮਝ ਕੇ ਉਹਦੇ ਵਿੱਚ ਬੜੇ ਹੰਕਾਰ 'ਚ ਰਹਿੰਦਾ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਪਾਏ। ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਪਾਏ। ਕਹਿੰਦੇ ਪਰਮੇਸ਼ਰ ਆਪ ਹੀ ਜੀਵ ਨੂੰ ਸਹੀ ਰਸਤੇ 'ਤੇ ਪਾਉਣ ਵਾਲਾ ਹੈ। ਆਪ ਹੀ ਜੀਵ ਦੇ ਵਿੱਚ ਬੈਠ ਕੇ ਕਰਮ ਕਮਾ ਰਿਹਾ ਹੈ। ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਰੰਗੇ ਵਿੱਚ ਰੰਗੇ ਨੇ, ਉਹਨਾਂ ਨੂੰ ਪੂਰੇ ਗੁਰੂ ਨੇ ਹੱਥ ਦੇ ਕੇ ਸਹਿਜਤਾ ਵਿੱਚ ਹੀ ਰੱਖ ਲਿਆ ਹੁੰਦਾ ਹੈ, ਉਹਨਾਂ ਦਾ ਜੀਵਨ ਸਵਾਰ ਦਿੱਤਾ ਹੁੰਦਾ ਹੈ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਵਾ, ਸੱਚਾ ਕਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨ ਪਾਸੀ, ਅੱਗੇ ਲਹੇ ਨ ਠਾਓ, ਅੰਤਰ ਆਓ ਨ ਬੈਸੋ ਕਹੀਐ, ਜਿਉ ਸੁੰਝੇ ਘਰ ਕਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਜੋ ਸੰਸਾਰ ਹੈ, ਇਹ ਕਹਿੰਦੇ ਇੱਕ ਸੁਪਨਾ ਹੈ, ਝੂਠ ਹੈ। ਇੱਥੇ ਕਿਸੇ ਨੇ ਸਦਾ ਲਈ ਬੈਠੇ ਨਹੀਂ ਰਹਿਣਾ। ਇਹ ਪਰਮੇਸ਼ਰ ਦੀ ਇੱਕ ਖੇਡ ਬਣੀ ਹੈ। ਕਹਿੰਦੇ ਉਸ ਪਰਮੇਸ਼ਰ ਦਾ ਨਾਂ ਜਪੀਏ ਜੋ ਸੱਚਾ ਹੈ, ਜੋ ਖਰਾ ਹੈ। ਜਿਹੜੇ ਕਹਿੰਦੇ ਸੱਚੇ ਨੂੰ ਸੇਵਦੇ ਨੇ, ਸੱਚੇ ਦੀ ਸੇਵਾ ਭਗਤੀ ਕਰਦੇ ਨੇ, ਫਿਰ ਉਹ ਸਚਿਆਰੇ ਕੱਢੇ ਜਾਂਦੇ ਨੇ, ਉਹਦੀ ਦਰਗਾਹ ਵਿੱਚ ਕਬੂਲ ਹੋ ਜਾਂਦੇ ਨੇ। ਜਿਹੜੇ ਕਹਿੰਦੇ ਝੂਠ, ਪਾਪ, ਇਹਨਾਂ ਸਭ ਦੇ ਨਾਲ ਆਪਣੇ ਨਾਲ ਬੰਨ੍ਹ ਕੇ ਲਿਜਾਂਦੇ ਨੇ, ਉਹਨਾਂ ਨੂੰ ਅੱਗੇ ਕਿਤੇ ਦਰਗਾਹ ਦੇ ਵਿੱਚ ਬੈਠਣ ਲਈ ਜਗ੍ਹਾ ਨਹੀਂ ਮਿਲਦੀ, ਉਹ ਕਬੂਲ ਨਹੀਂ ਹੁੰਦੇ ਹੈਗੇ। ਜਿਵੇਂ ਕਹਿੰਦੇ ਸੁੰਝੇ ਘਰ ਦੇ ਵਿੱਚ ਕਾਂ ਨੂੰ ਕੋਈ ਰੋਟੀ ਦੀ ਬੁਰਕੀ ਪਾਉਣ ਵਾਲਾ ਨਹੀਂ ਹੁੰਦਾ, ਉਹਨਾਂ ਨੂੰ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਇਹ ਨਹੀਂ ਕਹਿੰਦਾ ਆਦਰ ਨਾਲ ਵੀ ਅੰਦਰ ਲੰਘ ਆਓ ਅਤੇ ਬੈਠ ਜਾਓ, ਜਿਨ੍ਹਾਂ ਨੇ ਨਾਮ ਦੀ ਕਮਾਈ ਇਕੱਠੀ ਨਹੀਂ ਕੀਤੀ। ਜੰਮਣ ਮਰਨ ਵੱਡਾ ਵੇਛੋੜਾ, ਬਿਨਸੈ ਜਗ ਸਬਾਏ, ਲਬ ਤੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੋ ਆਏ। ਕਹਿੰਦੇ ਜਗਤ ਦੇ ਵਿੱਚ ਇਹ ਜਿਹੜਾ ਜੰਮਣ ਮਰਨ ਦਾ ਵਿਛੋੜਾ, ਇਹ ਪਰਮੇਸ਼ਰ ਨੇ ਬਣਾਇਆ। ਸਾਰਾ ਜਗਤ ਇਹਦੇ ਵਿੱਚ ਹੈ।
ਜੀਵ ਜਨਮ ਲੈ ਰਹੇ ਨੇ ਅਤੇ ਮਰਨ ਹੋ ਰਿਹਾ। ਜਿਸ ਤਰ੍ਹਾਂ ਕਹਿੰਦੇ ਕੂੜ ਹੈ, ਝੂਠ ਹੈ, ਉਹ ਸਭ ਕੁਛ ਮਾਇਆ ਦੀ ਸਰਕਾਰ ਹੈ। ਕਹਿੰਦੇ ਜਿਹੜਾ ਜਮ ਹੈ ਉਹ ਜੀਵ ਦੇ ਸਿਰ 'ਤੇ ਖੜਾ ਦੁੱਖ ਦੇ ਰਿਹਾ ਹੈ ਜੀਵ ਨੂੰ, ਪਰ ਜੀਵ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਬਾਬਾ ਆਵੋ ਪਾਹੀਓ ਗਲ ਮਿਲੈ, ਮਿਲ ਮਿਲ ਦੇਹ ਅਸੀਸਾ ਹੈ। ਬਾਬਾ ਸਚੜਾ ਮੇਲ ਨ ਚੁੱਕਈ, ਪ੍ਰੀਤਮ ਕੀਆਂ ਦੇਹ ਅਸੀਸਾ ਹੈ। ਕਹਿੰਦੇ ਆਓ ਆਪਾਂ ਸਤਸੰਗੀ ਸਹੇਲੀਓ ਮਿਲ ਕੇ ਆਪਣੇ ਸਤਸੰਗੀ ਸਹੇਲੀਆਂ ਨੂੰ ਪਰਮੇਸ਼ਰ ਦੀਆਂ ਅਸੀਸਾਂ ਲੈ ਕੇ ਦੇਈਏ ਕਿ ਪਰਮੇਸ਼ਰ ਦੇ ਨਾਲ ਮੇਲ ਉਹਨਾਂ ਦਾ ਕਦੇ ਨਾ ਚੁੱਕੇ, ਪਰਮੇਸ਼ਰ ਦੇ ਨਾਲ ਹਰ ਇੱਕ ਜੀਵ ਦਾ ਮੇਲ ਹੋ ਜਾਏ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮੇਲੋ। ਇੱਕ ਪੂਲੇ ਨਾਵੋ ਥੇ ਹੋ, ਥਾਵੋ ਗੁਰ ਸਬਦੀ ਸੱਚ ਖੇਲੋ। ਕਹਿੰਦੇ ਪਰਮੇਸ਼ਰ ਅੱਗੇ ਇਹ ਅਰਜ਼ੋਈ ਕਰੀਏ ਕਿ ਸਾਰੇ ਸਤਸੰਗੀਆਂ ਨੂੰ ਭਗਤੀ ਦੀ ਦਾਤ ਮਿਲੇ, ਭਗਤੀ ਦੀ ਦਾਤ ਦੇ ਨਾਲ ਪਰਮੇਸ਼ਰ ਨਾਲ ਮੇਲ ਹੋ ਜਾਵੇ। ਕਹਿੰਦੇ ਇੱਕ ਜੀਵਨ ਦੀ ਅਸਲੀਅਤ ਨੂੰ ਭੁੱਲ ਗਏ ਨੇ, ਪਰਮੇਸ਼ਰ ਦੇ ਨਾਮ ਨਾਲੋਂ ਖੁੰਝ ਗਏ ਨੇ। ਉਹਨਾਂ ਨੂੰ ਵੀ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਨਾਲ ਮਿਲਣ ਦੀ ਅਸੀਸ ਮਿਲੇ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੇ। ਸਾਜਨ ਸੈਨ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਵਿੱਚ ਗੁਰੂ ਦੇ ਸ਼ਬਦ ਰਾਹੀਂ ਸਮਾ ਜਾਂਦੇ ਨੇ, ਕਿਸੇ ਵੀ ਯੁੱਗ ਦੇ ਵਿੱਚ ਉਹਨਾਂ ਨੂੰ ਜਮ ਦੇ ਮਾਰਗ 'ਤੇ ਨਹੀਂ ਜਾਣਾ ਪੈਂਦਾ, ਉਹਨਾਂ ਦੀ ਸਮਾਈ ਪਰਮੇਸ਼ਰ ਵਿੱਚ ਹੋ ਜਾਂਦੀ ਆ। ਕਹਿੰਦੇ ਆਓ ਭਾਈ ਉਹਨਾਂ ਸੱਜਣ ਮਿੱਤਰਾਂ ਨੂੰ ਮਿਲੀਏ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਆਪਣੇ ਮਾਇਆ ਦੇ ਫਾਹੇ ਖੋਲ੍ਹ ਲਏ ਨੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ। ਲਿਖੜਿਆ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਕਹਿੰਦੇ ਇਹ ਭਾਈ ਜੀਵ ਖਾਲੀ ਹੱਥ ਸੰਸਾਰ 'ਚ ਆਉਂਦਾ ਹੈ, ਲੈ ਕੇ ਕੀ ਆਉਂਦਾ ਹੈ ਨਾਲ? ਜਿਹੜੇ ਪੂਰਬਲੇ ਕਰਮਾਂ ਦੇ ਅਨੁਸਾਰ ਪਰਮੇਸ਼ਰ ਨੇ ਲੇਖ ਲਿਖੇ ਨੇ ਦੁੱਖ ਸੁੱਖ ਦੇ, ਉਹ ਨਾਲ ਲੈ ਕੇ ਆਉਂਦਾ ਹੈ। ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਕਹਿੰਦੇ ਜੀਵ ਦੇ ਪੂਰਬਲੇ ਕਰਮਾਂ ਦੇ ਅਨੁਸਾਰ ਪਰਮੇਸ਼ਰ ਨੇ ਜੀਵ ਦੇ ਵਿੱਚ ਅੰਮ੍ਰਿਤ ਜਾਂ ਮਾਇਆ, ਜਿਵੇਂ ਜਿਵੇਂ ਪਰਮੇਸ਼ਰ ਨੇ ਕਿਸੇ ਜੀਵ ਨੂੰ ਲਾਇਆ ਉਸ ਧੰਦੇ ਵਿੱਚ ਜੀਵ ਲੱਗ ਗਿਆ। ਕਹਿੰਦੇ ਮਾਇਆ ਨੇ ਵੀ ਬਹੁਤ ਤਰ੍ਹਾਂ ਦੇ ਜਾਲ ਜੀਵ 'ਤੇ ਪਾਏ ਨੇ, ਬਹੁਤ ਤਰ੍ਹਾਂ ਰੰਗਾਂ ਦੇ ਨਾਲ ਜੀਵ ਨੂੰ ਭਰਮਾਉਂਦੀ ਹੈ। ਹੋਛੀ ਮਤ ਪਿਆ ਮਨ ਹੋਛਾ, ਗੁੜਸਾ ਮੱਖੀ ਖਾਇਆ। ਨਾਮ ਰਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਕਹਿੰਦੇ ਜਿਸ ਜੀਵ ਦੀ ਮਤ ਹੋਛੀ ਰਹੀ, ਮਨ ਹੋਛਾ ਰਿਹਾ, ਮਨਮੁਖ ਰਿਹਾ, ਉਹ ਕਹਿੰਦੇ ਮੱਖੀ ਦੇ ਗੁੜ ਖਾਣ ਵਾਂਗ, ਮੱਖੀ ਗੁੜ ਖਾਂਦੀ ਖਾਂਦੀ ਗੁੜ ਦੇ ਵਿੱਚ ਧੱਸ ਕੇ ਮਰ ਜਾਂਦੀ ਆ। ਇਸ ਤਰ੍ਹਾਂ ਹੀ ਉਹ ਜੀਵ ਮਾਇਆ ਦੇ ਜਾਲ ਦੇ ਵਿੱਚ ਆਪਣਾ ਜੀਵਨ ਵਿਅਰਥ ਗਵਾ ਲੈਂਦਾ। ਕਹਿੰਦੇ ਇਸ ਤਰ੍ਹਾਂ ਉਹ ਜਿਵੇਂ ਸੰਸਾਰ ਵਿੱਚ ਆਇਆ, ਜਿਵੇਂ ਸੰਸਾਰ ਵਿੱਚੋਂ ਚਲੇ ਗਿਆ, ਉਹਨੇ ਕੋਈ ਆਪਣੇ ਜੀਵਨ ਦਾ ਲਾਹਾ ਨਹੀਂ ਖੱਟਿਆ। ਜਿਵੇਂ ਕਹਿੰਦੇ ਖਾਲੀ ਹੱਥ ਆਇਆ, ਉਵੇਂ ਖਾਲੀ ਹੱਥ ਵਿਕਾਰਾਂ ਨਾਲ ਚਲੇ ਗਿਆ। ਬਾਬਾ ਰੋਵੋ ਜੇ ਕਿਸੈ ਰੋਵਣਾ, ਜਾਨੜੀਆ ਬੰਦ ਪਠਾਇਆ ਹੈ। ਲਿਖੜਿਆ ਲੇਖ ਨਾ ਮੇਟੀਐ, ਦਰਹਾ ਕਾਰੜਾ ਆਇਆ ਹੈ। ਕਹਿੰਦੇ ਜਦੋਂ ਕਿਸੇ ਸਕੇ ਸੰਬੰਧੀ ਦੇ ਲਈ ਪਰਮੇਸ਼ਰ ਵੱਲੋਂ ਹੁਕਮ ਆ ਜਾਂਦਾ ਹੈ ਜਾਣ ਦਾ, ਤਾਂ ਕਹਿੰਦੇ ਉਸ ਹੁਕਮ ਦੇ ਅਨੁਸਾਰ ਉਸ ਜੀਵ ਨੇ ਜਾਣਾ ਹੁੰਦਾ ਹੈ।
ਫਿਰ ਨਾਲ ਦੇ ਸੰਬੰਧੀ ਕਹਿੰਦੇ ਉਹਦੇ ਲਈ ਰੋਂਦੇ ਨੇ। ਹਕਾਰਾ ਆਇਆ ਜਾ ਤਿਸ ਪਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਤੀਜੈ ਰੋਵੈ, ਪ੍ਰੀਤਮ ਅਤ ਪਿਆਰੇ। ਜਦੋਂ ਕਹਿੰਦੇ ਕਿਸੇ ਦੇ ਜਾਣ ਦਾ ਹੁਕਮ ਆਉਂਦਾ ਹੈ ਤਾਂ ਵਾ ਸਾਰੇ ਉਹਦੇ ਸਕੇ ਸੰਬੰਧੀ, ਪੁੱਤ ਭਾਈ ਭਤੀਜੇ ਹੋਰ ਸੱਜਣ ਮਿੱਤਰ ਪਿਆਰੇ ਉਹਦੇ ਲਈ ਰੋਂਦੇ ਨੇ, ਦੁਖੀ ਹੁੰਦੇ ਨੇ। ਭੈ ਰੋਵੈ ਗੁਣਸਾਰ ਸੰਮਾਲੈ, ਕੋ ਮਰੈ ਨ ਮੋਇਆਂ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੈ ਸੱਚ ਸੰਮਾਲੇ। ਜਿਹੜੇ ਜੀਵ ਨੇ ਕਹਿੰਦੇ ਇੱਕ ਤਾਂ ਡਰ ਸਹਿਮ ਦੇ ਵਿੱਚ, ਦੂਜਾ ਕਹਿੰਦੇ ਆਪਣੇ ਸਕੇ ਸੰਬੰਧੀ ਦੇ ਚੰਗੀਆਂ ਗੱਲਾਂ ਕਰਕੇ, ਫਿਰ ਕਹਿੰਦੇ ਰੋਂਦੇ ਨੇ। ਪਰ ਕਹਿੰਦੇ ਕੋਈ ਕਿਸੇ ਦੇ ਨਾਲ ਮਰ ਨਹੀਂ ਜਾਂਦਾ, ਹਰ ਕੋਈ ਆਪਣੇ ਸੱਦੇ ਆਏ 'ਤੇ ਜਾਂਦਾ ਹੈ, ਪਰ ਇੱਕ ਦੂਜੇ ਦੀ ਮੋਹ ਦੇ ਕਾਰਨ ਰੋਂਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਹਰ ਇੱਕ ਯੁੱਗ ਦੇ ਵਿੱਚ ਉਹ ਜੀਵ ਸਿਆਣਾ ਆਖਿਆ ਜਾਂਦਾ ਜੋ ਪਰਮੇਸ਼ਰ ਦੇ ਵਿਛੋੜੇ ਵਿੱਚ ਰੋਂਦਾ ਅਤੇ ਪਰਮੇਸ਼ਰ ਦਾ ਨਾਮ ਜਪਦਾ, ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਉਸ ਨੂੰ ਹੀ ਕਹਿੰਦੇ ਹਰ ਇੱਕ ਯੁੱਗ ਦੇ ਵਿੱਚ ਸਿਆਣਾ ਆਖਿਆ ਜਾਂਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।